ਹੈਲੋ ਸਟੂਡੈਂਟ, ਲਾਸਟ ਟਾਈਮ ਆਪਾਂ ਟੌਪਿਕ ਡਿਸਕਸ ਕੀਤਾ ਸੀ ਲੇਇੰਗ ਆਫ ਅੰਡਰਗਰਾਊਂਡ ਕੇਬਲਸ। ਉਹਦਾ ਅੱਗੇ ਫਰਦਰ ਆਪਾਂ ਸੈਕਿੰਡ ਪਾਰਟ ਬਣਾ ਕੇ ਡਿਸਕਸ ਕਰ ਰਹੇ ਹਾਂ। ਫਸਟ ਟੌਪਿਕ ਹੈਗਾ ਆਪਣਾ ਟ੍ਰੈਂਚ ਫॉर ਲੇਇੰਗ ਦ ਕੇਬਲ ਇਨ ਦ ਗਰਾਊਂਡ। ਜਿਹੜੀਆਂ ਆਪਾਂ ਟ੍ਰੈਂਚ ਮਤਲਬ ਜਿਹੜੀਆਂ ਖਾਲੀ ਪੱਟਦੇ ਹਾਂ, ਉਹ ਜਦੋਂ ਆਪਾਂ ਕੇਬਲ ਨੂੰ ਪਾਉਣ ਵਾਸਤੇ ਗਰਾਊਂਡ ਦੇ ਵਿੱਚ ਉਹ ਕਿਵੇਂ ਆਪਾਂ ਪੱਟਦੇ ਹਾਂ ਅਤੇ ਕੀ ਉਹਦਾ ਪ੍ਰੋਸੈਸ ਆ, ਜਿਹੜਾ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀਗਾ। ਪਲੈਨਿੰਗ ਜਾਂ ਰੂਟ ਆਫ ਕੇਬਲ ਜਿਹੜਾ ਡਿਸਕਸ ਕੀਤਾ ਸੀਗਾ ਵੀ ਜਿਹੜੀ ਉਸ ਤੋਂ ਪਹਿਲਾਂ ਜਦੋਂ ਆਪਾਂ ਟ੍ਰੈਂਚ ਬਣਾਉਣੀ ਆ ਜਾਂ ਕੇਬਲ ਲੇਇੰਗ ਕਰਨੀ ਆ, ਉਸ ਤੋਂ ਪਹਿਲਾਂ ਜਿਹੜੀ ਆਪਾਂ ਪਲੈਨਿੰਗ ਕਰਦੇ ਹਾਂ ਜਾਂ ਰੂਟ ਬਣਾਉਂਦੇ ਹਾਂ। ਹੁਣ ਆਪਾਂ ਅੱਗੇ ਫਰਦਰ ਰੂਟ ਆਪਣਾ ਬਣ ਚੁੱਕਿਆ, ਪਲੈਨ ਮੈਪ ਬਣ ਚੁੱਕਿਆ ਇੱਕ। ਉਸ ਤੋਂ ਅੱਗੇ ਆਪਾਂ ਫਰਦਰ ਕਿਵੇਂ ਕੰਮ ਸ਼ੁਰੂ ਕਰਨਾ ਅੱਗੇ। ਫਿਰ ਹੁਣ ਜਿਹੜਾ ਸੈਕਿੰਡ ਸਟੈਪ ਕੀ ਆ, ਆਪਾਂ ਟ੍ਰੈਂਚਸ ਬਣਾਉਣੀਆਂ ਵਾ, ਖਾਲੀਆਂ ਪੱਟਣੀਆਂ, ਤਾਂ ਕਿ ਆਪਾਂ ਕੇਬਲ ਨੂੰ ਲੇਇੰਗ ਆਊਟ ਕਰ ਸਕੀਏ। ਅ ਟ੍ਰੈਂਚ ਇਜ਼ ਡਗ ਇਨ ਦ ਗਰਾਊਂਡ ਅਲੋਂਗ ਦ ਪਲੈਨਡ ਰੂਟ ਆਫ ਦ ਕੇਬਲ। ਜਿਹੜਾ ਆਪਾਂ ਰੂਟ ਪਲਾਨ ਬਣਾਇਆ ਉਹਦੇ ਅਕੋਰਡਿੰਗਲੀ ਜਿਹੜੀਆਂ ਟ੍ਰੈਂਚ ਜਿਹੜੀਆਂ ਡਗ ਕਰਨੀਆਂ ਵਾ। ਦ ਟ੍ਰੈਂਚ ਇਜ਼ ਡਗ ਟੂ ਅ ਸਰਟਨ ਡੈਪਥ। ਜਿੰਨੀ ਆਪਾਂ ਨੂੰ ਰਿਕਾਰਡ ਡੈਪਥ ਆ ਉਹਦੇ ਤੱਕ ਆਪਾਂ ਉਹਨਾਂ ਨੂੰ ਡਗ ਕਰਨਾ ਵਾ। The exact depth vary according to the voltage at which the cable is operated। ਜਿਹੜੀ ਡੈਪਥ ਜਿਹੜੀ ਆ ਉਹ ਬੇਸਿਕਲੀ ਡਿਪੈਂਡ ਕਰਦੀ ਹੈ ਜਿੰਨਾ ਵੋਲਟੇਜ ਲੈਵਲ ਆ ਕੇਬਲ ਦਾ ਉਹਦੇ 'ਤੇ। The cable should be buried under the ground to such a depth that it is not exposed at any considerable fluctuation in temperature। ਜਿਹੜੀ ਕੇਬਲ ਨੂੰ ਆਪਾਂ ਉੱਥੇ ਤੱਕ ਦਫਨਾਉਣਾ, ਬਰਡਨ ਮਤਲਬ ਦਫਨਾਉਣਾ, ਉੱਥੇ ਤੱਕ ਮਤਲਬ ਲੈ ਕੇ ਜਾਣਾ ਵਾ ਅੰਡਰ ਦੇ ਗਰਾਊਂਡ, ਵੀ ਜਿਹੜੇ ਉਹਦੇ ਉੱਪਰਲੇ ਜਿਹੜਾ ਐਟਮੋਸਫੇਰਿਕ ਟੈਂਪਰੇਚਰ ਆ ਉਹਨੂੰ ਇਫੈਕਟ ਨਾ ਕਰੇ, ਜਿਹਦੇ ਨਾਲ ਜਿਹੜਾ ਬਈ ਆਪਣੀ ਜਿਹੜਾ ਐਟਮੋਸਫੇਰਿਕ ਟੈਂਪਰੇਚਰ ਆ ਉਹ ਫਲਕਚੁਏਸ਼ਨ ਹੋਣ ਦੇ ਨਾਲ ਇਫੈਕਟ ਨਾ ਕਰੇ ਉਹਨੂੰ। Another reason for the cable to lead sufficient depth under the ground is that it should be not easily accessible to workmen or children। ਦੂਜਾ ਕਾਰਨ ਇਹਦਾ ਇਹ ਆ ਵੀ ਜਿਹੜੇ ਵਰਕਮੈਨ ਉੱਥੇ ਕੰਮ ਕਰਦੇ ਪਏ ਆ, ਕੋਈ ਰੋਡ ਵਰਕ ਆ ਜਾਂ ਕੋਈ ਵੀ ਕੰਮ ਕਰਨਾ ਵਾ, ਉਸ ਦੌਰਾਨ ਜਿਹੜੀ ਉਹ ਕੇਬਲ ਉਹਨਾਂ ਦੀ ਪਹੁੰਚ ਤੱਕ ਨਾ ਆਵੇ, ਚਾਹੇ ਵਰਕਮੈਨ ਆ ਚਾਹੇ ਕੋਈ ਚਿਲਡਰਨਸ ਜਿਹੜੇ ਉਹ ਸ਼ਰਾਰਤਾਂ ਕਰਦੇ ਆ ਤਾਂ ਵੀ ਉਹਨਾਂ ਦੀ ਮਤਲਬ ਪਹੁੰਚ ਦੇ ਵਿੱਚੋਂ ਦੂਰ ਹੋਵੇ ਕੇਬਲਸ। ਦ ਰੈਗੂਲੇਸ਼ਨ ਡਿਮਾਂਡ ਦ ਫੋਲੋਇੰਗ ਮਿਨੀਮਮ ਡੈਪਥ ਫॉर ਅ ਟ੍ਰੈਂਚ ਯੂਜ਼ਡ ਫॉर ਅ ਕੇਬਲ ਆਫ ਡਿਫਰੈਂਟ ਵੋਲਟੇਜ। ਜਿਹੜੀ ਡਿਫਰੈਂਟ ਡਿਮਾਂਡ ਅਕੋਰਡਿੰਗਲੀ ਜਿਹੜੀ ਡੈਪਥ ਜਿਹੜੀ ਅਕੋਰਡਿੰਗ ਟੂ ਵੋਲਟੇਜ ਲੈਵਲ ਆਪਾਂ ਡਿਸਕਸ ਕਰਾਂਗੇ। ਦ ਡੈਪਥ ਆਫ ਦ ਟ੍ਰੈਂਚ ਫॉर ਡਿਫਰੈਂਟ ਆਪਰੇਟਿੰਗ ਵੋਲਟੇਜ। ਡਿਫਰੈਂਟ ਆਪਰੇਟਿੰਗ ਵੋਲਟੇਜ ਦੇ ਅਕੋਰਡਿੰਗਲੀ ਜਿਹੜੀ ਉਹ ਡੈਪਥ ਡਿਫਾਈਨ ਕੀਤੀ ਜਾਂਦੀ ਆ। ਇਸ ਟੇਬਲ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਇੱਕ ਸਾਈਡ ਆਪਣੀ ਆਪਰੇਟਿੰਗ ਵੋਲਟੇਜ ਆ, ਦੂਜੀ ਸਾਈਡ ਆਪਰੇਟਿੰਗ ਵੋਲਟੇਜ ਜਿਹੜੀ KV ਦੇ ਵਿੱਚ ਆ, ਅਤੇ ਡੈਪਥ ਆਫ ਟ੍ਰੈਂਚ ਇਨ ਸੈਂਟੀਮੀਟਰ। ਅਪ ਟੂ 1.1 KV ਜਿਹੜੀ ਆ ਉਹ ਦੀ ਵੋਲਟੇਜ ਲੈਵਲ ਤੱਕ ਆਪਾਂ ਜਿਹੜੀ ਡੈਪਥ ਆਫ ਟ੍ਰੈਂਚ ਰੱਖਣੀ ਆ ਉਹ 45 ਪਲੱਸ ਰੇਡੀਅਸ ਆਫ ਕੰਪਲੀਟ ਕੇਬਲ। ਜਿੰਨੀ ਮਤਲਬ ਰੇਡੀਅਸ ਹੋਇਆ ਕੇਬਲ ਦਾ 1 2 3 ਜਿੰਨਾ ਵੀ 1 2 3 ਸੈਂਟੀਮੀਟਰ ਜਿੰਨਾ ਵੀ ਕੇਬਲ ਦਾ ਰੇਡੀਅਸ ਹੋਇਆ, 5 ਸੈਂਟੀਮੀਟਰ ਹੋਇਆ, ਅਤੇ ਜੇ 5 ਸੈਂਟੀਮੀਟਰ ਹੋਇਆ ਜਿਹੜੀ ਆਪਾਂ ਡੈਪਥ ਟ੍ਰੈਂਚ ਦੀ ਕਿੰਨੀ ਰੱਖਣੀ ਆ 45 ਪਲੱਸ 5 ਟੋਟਲ 50 ਸੈਂਟੀਮੀਟਰ ਜਿਹੜੀ ਉਹ ਡੈਪਥ ਰੱਖਣੀ ਆ ਟ੍ਰੈਂਚ ਦੀ, ਜਦੋਂ ਕਿ ਵੋਲਟੇਜ ਲੈਵਲ ਆ 1.1 KV। ਵੈਨ 3.3 KV ਟੂ 11 KV ਜੇ ਆਪਣੀ ਆਪਰੇਟਿੰਗ ਵੋਲਟੇਜ ਆ, ਤਾਂ ਉਹਦੀ ਜਿਹੜੀ ਡੈਪਥ ਆ ਉਹ 75 ਪਲੱਸ ਰੇਡੀਅਸ ਆਫ ਕੰਪਲੀਟ ਕੇਬਲ। ਜਿੰਨਾ ਵੀ ਉਹਦੀ ਰੇਡੀਅਸ ਹੋਊਗਾ ਕੇਬਲ ਦਾ 10 ਸੈਂਟੀਮੀਟਰ 5 to 10 ਸੈਂਟੀਮੀਟਰ ਜਿੰਨਾ ਵੀ ਹੋਊਗਾ ਉਹ ਐਡਅਪ ਹੋ ਜਾਊਗਾ ਇਹਦੇ 'ਚ। ਜੇ ਆਪਾਂ ਇਹਦੇ 'ਚ MM ਦੀ ਗੱਲ ਕਰਾਂਗੇ ਉਹ 750 MM ਪਲੱਸ ਰੇਡੀਅਸ ਜਿੰਨੇ MM ਦੇ ਰੇਡੀਅਸ ਹੋਇਆ, ਪਰ ਇੱਥੇ ਆਪਾਂ ਸੈਂਟੀਮੀਟਰ 'ਚ ਗੱਲ ਕਰਦੇ ਪਏ ਹਾਂ, ਇਸ ਕਰਕੇ ਜਿਹੜੀ ਉਹ 75 ਪਲੱਸ ਰੇਡੀਅਸ ਆ।
ਨੈਕਸਟ ਹੈਗਾ 22 kV to 33 kV, ਜਿਹੜਾ ਇਹ 100 ਪਲੱਸ ਡੈਪਥ ਕਿੰਨੀ ਰੱਖਣੀ ਆਪਾਂ ਟਰੈਂਚ ਦੀ, 100 ਪਲੱਸ ਰੇਡੀਅਸ ਆਫ ਕੰਪਲੀਟ ਕੇਬਲ। ਇਹ ਹੋ ਗਿਆ ਆਪਣਾ ਆਪਰੇਟਿੰਗ ਵੋਲਟੇਜ ਦੇ ਅਕੋਰਡਿੰਗਲੀ ਜਿਹੜੀ ਉਹ ਜਿਹੜਾ ਡੈਪਥ ਰੱਖਣੀ ਹੈ ਟਰੈਂਚ ਦੀ। The width of a cable trench depend on the number of cables to be buried। ਜਿੰਨੀਆਂ ਕੇਬਲਸ ਆਪਾਂ ਪਾਉਣੀਆਂ ਵਾ, ਚਾਹੇ ਉਹ 3 ਕੋਰ ਕੇਬਲਾਂ ਹੋਣ ਚਾਹੇ ਸਿੰਗਲ ਕੋਰ ਕੇਬਲਾਂ ਹੋਣ, ਉਹਨਾਂ ਦੇ ਅਕੋਰਡਿੰਗਲੀ ਹੀ ਆਪਾਂ ਜਿਹੜੀ ਬੈਡਥ ਜਿਹੜੀ ਉਹ ਡਿਫਾਈਨ ਕਰਨੀ ਹੈ ਵੀ ਕਿੰਨੀ ਆਪਾਂ ਚੌੜੀ ਜਿਹੜੀ ਉਹ ਟਰੈਂਚ ਪੱਟਣੀ ਆ, ਉਹਦੇ ਅਕੋਰਡਿੰਗਲੀ ਉਹਨੂੰ, ਕਿਉਂਕਿ ਆਪਾਂ ਜਿਹੜੀ ਕੇਬਲ ਟੂ ਕੇਬਲ ਡਿਸਟੈਂਸ ਆ ਉਹ ਮੇਨਟੇਨ ਰੱਖਣਾ ਵਾ। ਇਸ ਕਰਕੇ ਜਿਹੜਾ ਜਿਹੜੀ ਟਰੈਂਚ ਦੀ ਡੈਪਥ ਆ, ਵੈਡਥ ਆ ਸੌਰੀ, ਉਹ ਡਿਪੈਂਡ ਕਰਦੀ ਹੈ ਕਿੰਨੀਆਂ ਕੇਬਲ ਆਪਾਂ ਲੇਇੰਗ ਆਊਟ ਕਰਨੀਆਂ ਵਾ, ਕਿੰਨੀਆਂ ਕੇਬਲ ਆਪਾਂ ਬਰਿਡ ਕਰਦੀਆਂ। Where more than one cable is placed in the same trench, a horizontal interaxial spacing should be 0.25 to 0.4 meter in order to reduce the effect of mutual heating and also to ensure that the fault occurring on one cable may be not damage the adjacent cable। ਕਹਿੰਦੇ ਇਹ ਜਿਹੜਾ ਆਪਾਂ ਡਿਸਟੈਂਸ ਮੇਨਟੇਨ ਕਿਉਂ ਰੱਖਣਾ ਵਾ, ਤਾਂ ਕਿ ਜਦੋਂ ਵੀ ਕੋਈ ਇੱਕ ਕੇਬਲ ਖ਼ਰਾਬ ਹੁੰਦੀ ਆ ਤਾਂ ਉਹਦੇ ਨਾਲ ਦੂਜੀ ਕੇਬਲ ਨਾ ਖ਼ਰਾਬ ਹੋਵੇ, ਕਿਉਂਕਿ ਇੱਕ ਕੇਬਲ ਜੇ ਕੋਈ ਓਵਰ ਕਰੰਟ ਜਾਂ ਕਿਸੇ ਵੀ ਕਾਰਨ ਸ਼ਾਰਟ ਸਰਕਟ ਹੋਣ ਕਰਕੇ ਜੇ ਕੋਈ ਕੇਬਲ ਹੀਟ ਅਪ ਹੋ ਜਾਂਦੀ ਆ, ਉਹ ਉਸ ਹੀਟ ਜਿਹੜੀ ਆ ਉਹ ਦੂਜੀ ਕੇਬਲ ਤੱਕ ਨਾ ਪਹੁੰਚਿਆ। ਇਸ ਕਰਕੇ ਜਿਹੜਾ ਉਹ ਡਿਸਟੈਂਸ ਦੋਨਾਂ ਦੇ ਵਿੱਚ, ਦੋ ਕੇਬਲਸ ਜਦੋਂ ਪਾਉਂਦੇ ਆ ਉਹਨਾਂ ਦੇ ਵਿੱਚ ਡਿਸਟੈਂਸ ਮੇਨਟੇਨ ਰੱਖਦੇ ਹਾਂ। ਦ ਸਪੇਸਿੰਗ ਕੈਨ ਬੀ ਰਿਡਿਊਸ ਬਾਏ ਪਾਰਟੀਸ਼ਨ ਆਫ ਬ੍ਰਿਕਸ। ਜਿਹੜੀ ਸਪੇਸਿੰਗ ਆ ਉਹ ਆਪਾਂ ਵਿਚਾਲੇ ਬ੍ਰਿਕਸ ਰੱਖ ਕੇ ਜਿਹੜੀ ਸਪੇਸਿੰਗ ਨੂੰ ਮੇਨਟੇਨ ਰੱਖਦੇ ਹਾਂ। ਦ ਸਾਈਜ਼ ਆਫ ਜੁਆਇੰਟਿੰਗ ਪਿਟ ਵੇਰੀਜ਼ ਅਕੋਰਡਿੰਗ ਟੂ ਦ ਰਿਕੁਆਇਰਮੈਂਟ ਆਫ ਸਪੇਸ ਫॉर ਦ ਪਰਟੀਕੂਲਰ ਟਾਈਪ ਆਫ ਕੇਬਲ ਜੁਆਇੰਟਿੰਗ। ਜਿਹੜੀ ਸਾਈਜ਼ ਆਫ ਪਿਟ, ਜਿਹੜਾ ਟੋਆ ਪੱਟਣਾ ਆਪਾਂ, ਉਹਦਾ ਡਿਪੈਂਡ ਕਰਦਾ ਵਾ ਕੀ ਆਪਾਂ ਨੂੰ ਰਿਕੁਆਇਰਮੈਂਟ ਆ ਪਰਟੀਕੂਲਰ ਕੇਬਲ ਜੁਆਇੰਟ ਵਾਸਤੇ। ਦ ਸਪੇਸ ਸ਼ੁੱਡ ਬੀ ਇਨਫ ਸੋ ਦੈਟ ਦ ਪਰਸਨ ਡੂਇੰਗ ਜੁਆਇੰਟਿੰਗ ਕੈਨ ਵਰਕ ਫਰੀਲੀ ਇਨਸਾਈਡ ਦ ਪਿਟ। ਟੋਆ ਉਨਾ ਕੁ ਪੱਟਣਾ ਵਾ ਜਿੰਨਾ ਕੁ ਵੀ ਪਰਸਨ ਬਹਿ ਕੇ ਆਰਾਮ ਨਾਲ ਈਜ਼ੀਲੀ ਜਿਹੜਾ ਉਹ ਜੁਆਇੰਟ ਕਰ ਸਕੇ ਕੇਬਲ ਨੂੰ। ਇਨ ਕੇਸ ਆਫ ਕਿਸੇ ਵੀ ਰਿਪੇਅਰ ਜਾਂ ਮੇਨਟੇਨੈਂਸ ਕਰਨੀ ਪੈਂਦੀ ਆਪਾਂ ਨੂੰ, ਕਿਸੇ ਵੀ ਆਪਾਂ ਨੂੰ ਮੇਨਟੇਨੈਂਸ ਵਰਕ ਜਾਂ ਕੋਈ ਫੋਲਟ ਨੂੰ ਸੋਲਵ ਕਰਨਾ ਪੈਂਦਾ, ਉਸ ਦੌਰਾਨ ਆਪਾਂ ਜਿਹੜਾ ਪਿਟ ਜਿਹੜਾ ਟੋਆ ਪੱਟਣਾ ਵਾ ਉਹਦੇ ਵਿੱਚ ਜਿਹੜਾ ਪਰਸਨ ਈਜ਼ੀਲੀ ਬੈਠ ਕੇ ਜਿਹੜਾ ਉਹ ਕੰਮ ਨੂੰ ਕਰ ਸਕੇ। ਇਸ ਕਰਕੇ ਉਹ ਜਿਹੜਾ ਉਹਦਾ ਸਾਈਜ਼ ਰੱਖਣਾ, ਜਿਹੜਾ ਨੋਰਮਲੀ ਦ ਪਿਟ ਆਫ ਸਾਈਜ਼ 1.5 meter to 2 meter is dug to the depth deeper than the trench by of 0.3 meter। ਇੰਨੀ ਆਪਾਂ ਜਿਹੜੀ ਉਹ ਡੈਪਥ ਰੱਖਣੀ ਆ ਜਾਂ ਜਿਹੜੀ ਟਰੈਂਚ ਦੀ ਰੱਖਣਾ ਆਪਾਂ, ਜਿਹਦੇ ਵਿੱਚ ਈਜ਼ੀਲੀ ਬੈਠ ਕੇ ਉਹ ਆਪਣਾ ਕੰਮ ਕਰ ਸਕੇ ਬੰਦਾ। ਉਸ ਤੋਂ ਬਾਅਦ ਆ ਗਿਆ ਆਪਣਾ ਅਨਬਾਈਂਡਿੰਗ ਕੇਬਲ ਫਰੋਮ ਦਾ ਡਰਮ। ਜਦੋਂ ਆਪਾਂ ਟਰੈਂਚ ਜਿਹੜੀਆਂ ਉਹ ਪੱਟ ਲਈਆਂ, ਖਾਲੀਆਂ ਫੱਟ ਲਈਆਂ ਵੀ ਕੇਬਲ ਪਾਉਣ ਵਾਸਤੇ, ਉਸ ਤੋਂ ਬਾਅਦ ਕੀ ਕਰਨਾ, ਆਪਾਂ ਜਿਹੜਾ ਡਰਮ ਦੇ ਉੱਤੋਂ ਕੇਬਲ ਨੂੰ ਲਾਉਣਾ ਵਾ, ਅਨਵਾਈਂਡਿੰਗ ਕਰਨੀ ਹੈ ਕੇਬਲ ਦੀ। ਉਸ ਦੌਰਾਨ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵਾ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਥੋੜ੍ਹਾ ਜਿਹਾ। ਉਹਦੇ 'ਚ ਕੀ ਆਪਾਂ ਕਰਨਾ ਵਾ, accepted method usually adopt is to laying of the cable on the ground near the drum in series of loop, one above the other in the form of figure 8, crossing the cable back and forth of its
and at the same time take care to keep the turns wheel above minimum bending radius। ਕਹਿੰਦੇ ਜਦੋਂ ਆਪਾਂ ਅਨਬਾਈਂਡ ਕਰਨੀ ਆ ਕੇਬਲ ਨੂੰ ਡਰਮ ਦੇ ਉੱਤੋਂ ਉਦੋਂ ਆਪਾਂ ਖਿਆਲ ਰੱਖਣਾ ਵੀ ਜਿਹੜੀ ਉਹਦੇ ਉੱਤੋਂ ਸੀਰੀਜ਼ ਲੂਪ ਅਕੋਰਡਿੰਗਲੀ ਹੀ ਆਪਾਂ ਲਾਉਣੀ ਹੈ ਕਿ ਕੋਈ ਇਕੱਠੇ ਜਿਹੜੇ ਰਿੰਗ ਨਹੀਂ ਉਹਦੇ ਤੋਂ ਰਿਮੂਵ ਕਰ ਲੈਣੇ। ਕੇਬਲ ਡਰਮ ਦੇ ਉੱਤੋਂ ਇਕੱਠੀ ਕੇਬਲ ਨਹੀਂ ਲਾਉਣੀ ਹੈਗੀ, ਸੀਰੀਜ਼ ਵਾਈਜ਼ ਹੀ ਆਪਾਂ ਇੱਕ ਇੱਕ ਲੂਪ ਕਰਕੇ ਲਾਉਣੀ ਆ। ਅਤੇ ਇਸ ਗੱਲ ਦਾ ਖਿਆਲ ਰੱਖਣਾ ਵੀ ਉਹਨੂੰ ਜ਼ਿਆਦਾ ਬੈਂਡ ਨਾ ਹੋਵੇ, ਉਹਦਾ ਰੇਡੀਅਸ ਜਿਹੜਾ ਉਹ ਜ਼ਿਆਦਾ ਬੈਂਡ ਨਹੀਂ ਕਰਨਾ ਆਪਾਂ, ਜਿਹਦੇ ਨਾਲ ਆਪਣੀ ਆਰਮਰਿੰਗ ਜਾਂ ਸ਼ੈਡਥ 'ਤੇ ਜਿਹੜੀ ਇਫੈਕਟ ਪਵੇ, ਜਿਹਦੇ ਨਾਲ ਉਹਦੀ ਆਰਮਰਿੰਗ ਲੇਅਰ ਜਾਂ ਸ਼ੈਡਥ ਲੇਅਰ ਜਿਹੜੀ ਕੇਬਲ ਦੇ ਅੰਦਰ ਆ ਉਹ ਖਰਾਬ ਨਾ ਹੋਵੇ। When the whole length has been removed from the drum, the inside end of the cable will then be on the top and can be pulled along towards its final position on a roller in the same manner as if the cable was coming off the drum itself, with the difference that man must be stationed at the pipe of the cable to hand out the turn, keep the bend open and maintain the horizontal plane। ਕਹਿੰਦੇ ਜਦੋਂ ਆਪਾਂ ਕੇਬਲ ਨੂੰ ਰਿਮੂਵ ਕਰ ਲਿਆ ਉਦੋਂ ਆਪਾਂ ਕੀ ਆ ਉਹਨੂੰ ਈਜ਼ੀਲੀ ਜਿਹੜਾ ਕੇਬਲ ਨੂੰ ਲੇਡ ਆਊਟ ਕਰਨਾ ਵਾ ਟੋਪ ਦੇ ਉੱਤੋਂ ਜਿਹੜਾ ਰੋਲਰਸ ਦੀ ਹੈਲਪ ਦੇ ਨਾਲ ਆਪਾਂ ਕੇਬਲ ਨੂੰ ਟਰੈਂਚ ਦੇ ਵਿੱਚ ਪਾਉਣਾ ਵਾ। ਅਤੇ ਜਿਹੜਾ ਜਾਂ ਪਾਈਪ ਦੇ ਵਿੱਚ ਜਿਹੜੇ ਕੇਬਲ ਨੂੰ ਆਪਾਂ ਪਾਉਣਾ ਵਾ ਈਜ਼ੀਲੀ ਹੈਂਡਲ ਕਰਕੇ ਜਿਹੜਾ ਪਾਉਣਾ ਵਾ ਤਾਂ ਕਿ ਕੋਈ ਬੈਂਡ ਜਿਹੜਾ ਉਹ ਨਾ ਪਵੇ ਕੇਬਲ ਦੇ ਵਿੱਚ। ਅਤੇ ਹੌਰੀਜ਼ੋਂਟਲ ਪਲੇਨ ਨੂੰ ਮੇਨਟੇਨ ਰੱਖਦੇ ਹੋਏ ਆਪਾਂ ਕੇਬਲ ਨੂੰ ਈਜ਼ੀਲੀ ਲੇਇੰਗ ਆਊਟ ਕਰਨਾ ਵਾ। Restriction should be exercised when cable has been installed in cold weather। ਜਦੋਂ ਵੀ ਆਪਾਂ ਕੋਲਡ ਵੈਦਰ ਦੇ ਵਿੱਚ ਕੇਬਲ ਨੂੰ ਪਾਉਣਾ ਵਾ ਉਦੋਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ। ਅੰਡਰ ਸੱਚ ਕੰਡੀਸ਼ਨ ਦੇਅਰ ਇਜ਼ ਨੈਚੁਰਲ ਲਾਸ ਆਫ ਫਲੈਕਸੀਬਿਲਿਟੀ। ਉਦੋਂ ਜਿਹੜੀ ਫਲੈਕਸੀਬਿਲਿਟੀ ਜਿਹੜੀ ਉਹ ਘੱਟ ਜਾਂਦੀ ਹੈ ਕੇਬਲ ਦੀ, ਕਿਉਂਕਿ ਜਦੋਂ ਆਪਾਂ ਨੂੰ ਪਤਾ ਹੀ ਆ ਉਦੋਂ ਮਟੀਰੀਅਲ ਜਿਹੜਾ ਹਾਰਡ ਹੋ ਜਾਂਦਾ ਕੋਲਡ ਵੈਦਰ ਦੇ ਨਾਲ। ਇਸ ਕਰਕੇ ਜਿਹੜੀ ਉਹਦੀ ਕੇਅਰ ਉਹ ਜ਼ਿਆਦਾ ਵੱਧ ਕਰਨੀ ਪੈਂਦੀ ਹੈ ਇਨ ਕੋਲਡ ਵੈਦਰ ਜਿਹੜੀ ਆ ਐਜ਼ ਕੰਪੇਅਰ ਟੂ ਇਨ ਹੌਟ ਵੈਦਰ। ਡਿਊ ਟੂ ਦਾ ਇੰਪ੍ਰੀਗਨੇਸ਼ਨ ਆਫ ਕੰਪਾਊਂਡ ਬੀਂਗ ਐਟ ਅ ਲੋ ਟੈਂਪਰੇਚਰ। ਜਿਹੜੀ ਇੰਪ੍ਰੀਗਨੇਸ਼ਨ ਜਿਹੜੀ ਹੁੰਦੀ ਆ ਆਪਣੀ ਉੱਪਰਲੀ ਜਿਹੜੀ ਲੇਅਰ ਹੁੰਦੀ ਆ ਉਹਦੀ ਜਿਹਨੂੰ ਆਪਾਂ PVC ਕਹਿ ਦਿੰਦੇ ਹਾਂ, ਉਹਦਾ ਕੰਪਾਊਂਡ ਦਾ ਜਿਹੜਾ ਲੋ ਟੈਂਪਰੇਚਰ ਦੇ ਵਿੱਚ ਉਹ ਜ਼ਿਆਦਾ ਇਫੈਕਟਿਵ ਹੋ ਜਾਂਦਾ, ਜ਼ਿਆਦਾ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ। ਐਂਡ ਦਾ ਇੰਸੂਲੇਸ਼ਨ ਮੇ ਪੋਸੀਬਲ ਟੂ ਡੈਮੇਜ। ਇਸ ਕਰਕੇ ਇੰਸੂਲੇਸ਼ਨ ਜਿਹੜੀ ਉਹ ਡੈਮੇਜ ਹੋਣ ਦਾ ਖਤਰਾ ਵੱਧ ਜਾਂਦਾ। ਵੈਨ ਦਾ ਕੇਬਲ ਇਜ਼ ਡਿਸਟਰਬਡ ਇਨ ਦਾ ਪ੍ਰੋਸੈਸ ਆਫ ਲੇਇੰਗ। ਜਦੋਂ ਕੇਬਲ ਜਿਹੜੀ ਉਹ ਡਿਸਟਰਬ ਕਰਦੇ ਹਾਂ ਆਪਾਂ ਪ੍ਰੋਸੈਸ ਆਫ ਲੇਇੰਗ, ਜਦੋਂ ਕੇਬਲ ਨੂੰ ਆਪਾਂ ਪਾਉਣ ਲੱਗਦੇ ਹਾਂ ਉਸ ਦੌਰਾਨ it is particularly important that high voltage cables, and if the temperature is 40 degree Fahrenheit, the operation should be postponed if possible, or alternatively steps should be taken for a warm the drum for a suitable period before handle। ਜੇ ਆਪਣੇ 40 ਡਿਗਰੀ ਫੈਰਨਹਾਈਟਸ ਤੋਂ ਜੇ ਆਪਣੀ ਟੈਂਪਰੇਚਰ ਘੱਟਦਾ ਵਾ ਉਹਨੂੰ ਅਵੋਇਡ ਕਰੋ ਵੀ ਆਪਾਂ ਉਹ 'ਤੇ ਕੰਮ ਨਹੀਂ ਕਰਨਾ ਹੈਗਾ। ਆਪਾਂ ਜਾਂ ਤਾਂ ਵੈਦਰ ਨੂੰ ਹੌਟ ਹੋਣ ਦੇ ਤੱਕ ਵੇਟ ਕਰਨੀ ਹੈ ਜਾਂ ਫਿਰ ਆਪਾਂ ਉਹਨੂੰ ਆਪਾਂ ਹੀਟ ਕਰਕੇ ਵਾਰਮ ਕਰਕੇ ਡਰਮ ਨੂੰ ਉਹਦੇ ਅਕੋਰਡਿੰਗਲੀ ਆਪਾਂ ਕੇਬਲ ਨੂੰ ਲੇਡ ਆਊਟ ਕਰਨਾ ਵਾ। ਇਹ ਹੋ ਗਿਆ ਆਪਣਾ ਲੇਇੰਗ ਦਾ
ਸਟੈਪ। ਹੁਣ ਟੈਕਨੀਕਲ ਨੋਟ ਰਿਗਾਰਡਿੰਗ ਇੰਸਟਾਲੇਸ਼ਨ ਆਫ ਕੇਬਲ ਲਾਈਨਸ ਜਿਹੜਾ ਆਪਾਂ ਡਿਸਕਸ ਕਰਾਂਗੇ। ਟੈਕਨੀਕਲ ਕੀ ਆਪਾਂ ਨੂੰ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਜਦੋਂ ਆਪਾਂ ਲੇਇੰਗ ਆਊਟ ਕੇਬਲ ਨੂੰ ਲੇਇੰਗ ਕਰਦੇ ਪਏ ਹਾਂ। The most popular, less expensive and simple method is laying cable direct in trench। ਜਿਹੜਾ most ਐਕਸਪੈਂਸਿਵ ਅਤੇ ਸਿੰਪਲ ਮੈਥਡ ਆਫ ਲੇਇੰਗ ਆ ਜਿਹੜਾ ਉਹ ਕੀ ਹੈ, ਡਾਇਰੈਕਟ ਲੇਇੰਗ ਮੈਥਡ ਆਪਾਂ ਕਹਿੰਦੇ ਹਾਂ। ਅੱਗੇ ਫਰਦਰ ਆਪਾਂ ਡਿਸਕਸ ਕਰਾਂਗੇ ਮੈਥਡ ਆਫ ਲੇਇੰਗ ਆਫ ਕੇਬਲਸ, ਜਿਹੜਾ ਕਿਹੜੇ ਤਰੀਕੇ ਦੇ ਨਾਲ ਆਪਾਂ ਕੇਬਲ ਨੂੰ ਟਰੈਂਚ ਦੇ ਵਿੱਚ ਪਾਉਂਦੇ ਹਾਂ, ਕਿ ਡਿਫਰੈਂਟ ਤਰੀਕੇ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਡਿਸਕਸ ਕੀਤਾ ਵੀ ਸਭ ਤੋਂ ਜਿਹੜਾ ਐਕਸਪੈਂਸਿਵ ਅਤੇ ਸਿੰਪਲ ਮੈਥਡ ਆ ਜਿਹੜਾ ਉਹ ਆ ਡਾਇਰੈਕਟ ਲੇਇੰਗ ਆ, ਡਾਇਰੈਕਟਲੀ ਇਨ ਟਰੈਂਚ ਜਿਹੜਾ ਆਪਾਂ ਕੇਬਲ ਮੈਥਡ ਆ ਉਹ। ਡਿਸਐਡਵਾਂਟੇਜ ਆਫ ਦਿਸ ਮੈਥਡ ਇਜ਼ ਦੈਟ ਬਰੀਡ ਕੇਬਲ may be easily injured and accident may be occurred with any person while carrying out earthwork near to the cable। ਇਹਦਾ ਡਿਸਐਡਵਾਂਟੇਜ ਇਹੀ ਆ ਵੀ ਜਦੋਂ ਕੋਈ ਵੀ ਅਰਥ ਵਰਕ ਕਰਦਾ ਵਾ ਨੀਅਰ ਦਾ ਕੇਬਲ, ਕੋਈ ਵੀ ਕੰਮ ਕਰਦਾ ਉਹਦੇ 'ਚ ਐਕਸੀਡੈਂਟ ਹੋਣ ਦਾ ਚਾਂਸ ਵੱਧ ਜਾਂਦਾ, ਜਿਹੜਾ ਵੀ ਪਰਸਨ ਉੱਥੇ ਕੰਮ ਕਰਦਾ ਪਿਆ ਵਾ ਉਹਦੇ 'ਚ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਵਾ ਜਿੱਥੇ ਵੀ ਆਪਣੀ ਕੇਬਲ ਆਪਾਂ ਲੇਇੰਗ ਆਊਟ ਕੀਤੀ ਆ। Next, laying cable is in concrete, transit, fabric or iron pipes। ਜਿਹੜੀ ਕੇਬਲ ਆ ਉਹ ਕਿਹੜੇ ਤਰੀਕੇ ਨਾਲ ਲੇਇੰਗ ਆਊਟ ਕੀਤੀ ਜਾਂਦੀ ਹੈ। ਇੱਕ ਤਾਂ ਕੰਕਰੀਟਸ ਦੀ ਬਣਾ ਕੇ ਟਰੈਂਚ ਉਹਦੇ 'ਚ ਲੇਇੰਗ ਆਊਟ ਕਰਦੇ ਹਾਂ ਆਪਾਂ, ਜਾਂ ਟਰਾਂਜ਼ਿਟ ਜਿਹੜੀ ਸੀਮੈਂਟ ਦੀ ਪਾਈਪਸ ਹੁੰਦੀਆਂ, ਉਸ ਤੋਂ ਬਾਅਦ ਫੈਬਰਿਕ ਜਿਹੜੀ ਪਲਾਸਟਿਕ ਦੀਆਂ ਪਾਈਪਸ ਜਿਹੜੀਆਂ ਹੁੰਦੀਆਂ, ਜਾਂ ਫਾਈਬਰ ਦੀਆਂ ਪਾਈਪਸ ਹੁੰਦੀਆਂ, ਔਰ ਆਇਰਨ ਪਾਈਪਸ ਜਾਂ ਲੋਹੇ ਦੀਆਂ ਪਾਈਪਸ ਦੇ ਵਿੱਚ ਜਿਹੜੀਆਂ ਆਪਾਂ ਉਹਨਾਂ ਨੂੰ ਇੰਸਟਾਲ ਕਰਦੇ ਹਾਂ। ਇਜ਼ ਮੋਰ ਰਿਲਾਏਬਲ ਮੈਥਡ, ਇਹ ਜਿਹੜਾ ਵਧੀਆ ਮੈਥਡ ਆ ਡਾਇਰੈਕਟ ਲੇਇੰਗ ਦੇ ਨਾਲੋਂ, ਬਟ ਇਟ ਇਜ਼ ਮੋਰ ਕੰਪਲੀਕੇਟਿਡ, ਇਹ ਕੰਪਲੀਕੇਟਿਡ ਹੋ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਟਰੈਂਚ ਪੱਟ ਕੇ ਫਿਰ ਕੰਕਰੀਟ ਦਾ ਕੋਈ ਆਪਾਂ ਟਰੈਂਚ ਬਣਾਵਾਂਗੇ, ਸੋਇਲਡ ਟਰੈਂਚ, ਜਾਂ ਆਪਾਂ ਜਿਹੜੀ ਪਾਈਪਸ ਪਾਵਾਂਗੇ ਪਹਿਲਾਂ ਲੈਵਲ ਕਰਕੇ ਪਾਈਪਸ ਪਾਵਾਂਗੇ, ਫਿਰ ਉਸ ਤੋਂ ਬਾਅਦ ਜਿਹੜੀ ਕੇਬਲ ਵਿੱਚ ਇੰਸਟਾਲ ਕਰਾਂਗੇ, ਫਿਰ ਉਹਨੂੰ ਬੈਕ ਫਿਲਿੰਗ ਕਰਾਂਗੇ, ਜਾਂ ਫਾਈਬਰ ਪਾਈਪਸ ਪਾਵਾਂਗੇ, ਜਾਂ ਆਇਰਨ ਪਾਈਪਸ ਜਿਹੜੀਆਂ ਉਹ ਪਾਵਾਂਗੇ। ਫਿਰ ਉਹਦੇ 'ਚ ਆਇਰਨ ਪਾਈਪਸ ਦੇ ਵਿੱਚ ਆਪਾਂ ਨੂੰ ਕਰੋਜ਼ਨ, ਜੰਗ ਲੱਗਣ ਦਾ ਖਤਰਾ ਵੱਧ ਜਾਂਦਾ। ਇੱਦਾਂ ਜਿਹੜੇ ਇਸ ਕਰਕੇ ਜਿਹੜੀ ਡਾਇਰੈਕਟ ਲੇਇੰਗ ਉਹ ਮੋਰ ਐਫੀਸ਼ੀਐਂਟ ਆ ਆਪਣੇ ਕੋਲ। ਮੋਰ ਓਵਰ ਦਾ ਕਰੰਟ ਕੈਪੈਸਿਟੀ ਕੈਰਿੰਗ ਕੈਪੈਸਿਟੀ ਆਫ ਅ ਕੇਬਲ ਲੇਇੰਗ ਇਨ ਪਾਈਪ ਇਜ਼ ਲੋਅਰ ਦੈਨ ਦੈਟ ਆਫ ਐਕਸਪੋਜ਼ਡ ਔਰ ਬਰਨਡ ਕੇਬਲ। ਇਹਦੇ ਨਾਲ ਜਿਹੜੀ ਉਹ ਕਰੰਟ ਕੈਰਿੰਗ ਕੈਪੈਸਿਟੀ ਵੀ ਉਹ ਜਦੋਂ ਆਪਾਂ ਪਾਈਪਸ ਦੇ ਵਿੱਚ ਪਾ ਦਿੰਦੇ ਹਾਂ ਤਾਂ ਉਹ ਲੋਅਰ ਹੋ ਜਾਂਦੀ ਆ। Whatever the method used, the cable run in is to be selected so that ensured a minimum possible distance between starting and finishing points of the line। ਜਦੋਂ ਵੀ ਆਪਾਂ ਖਿਆਲ ਰੱਖਣਾ ਵਾ ਵੀ ਜਿਹੜਾ ਮਿਨੀਮਮ ਪੋਸੀਬਲ ਡਿਸਟੈਂਸ ਜਿਹੜਾ ਉਹ ਸਟਾਰਟਿੰਗ ਅਤੇ ਫਿਨਿਸ਼ ਪੁਆਇੰਟ ਦਾ ਰੱਖਣਾ ਵਾ। Next, due to current flow, the heat is produced in the cable conductor. In the process, think of their insulation compound and build up excess pressure that may cause the elongation of the cable sheath under certain condition। ਜਦੋਂ ਕਰੰਟ ਫਲੋ ਹੁੰਦਾ ਉਹਦੇ ਨਾਲ ਹੀਟ ਪ੍ਰੋਡਿਊਸ ਹੁੰਦੀ ਆ ਕੇਬਲ ਕੰਡਕਟਰ ਦੇ ਵਿੱਚ, ਅਤੇ ਜਿਹੜਾ ਕਿ ਇਫੈਕਟ ਕਰਦਾ ਆਪਣੇ ਕੰਪਾਊਂਡ, ਜਿਹਦੇ ਨਾਲ ਪ੍ਰੈਸ਼ਰ ਜਿਹੜਾ ਉਹ ਵੱਧ ਜਾਂਦਾ ਵਾ, ਜਿਹੜਾ ਕਿ ਸ਼ੈਡਥ ਦੇ ਕੇਬਲ ਸ਼ੈਡਥ 'ਤੇ ਇਫੈਕਟ ਕਰਦਾ ਵਾ। ਦੈਨ ਇਟ ਇਨਕਰੀਜ਼ ਇਟਸ ਵੋਲਿਊਮ ਟੂ ਕ੍ਰਿਟੀਕਲ ਵੈਲਿਊ, ਜਿਹੜਾ ਉਹਦੇ ਵੋਲਿਊਮ 'ਤੇ ਇਫੈਕਟ ਕਰਦਾ ਕ੍ਰਿਟੀਕਲ ਵੈਲਿਊ ਤੱਕ। ਦੇਅਰ ਬਾਏ
leading to elongation ਐਂਡ ਈਵਨ ਬ੍ਰੇਕਡਾਊਨ ਆਫ ਦਾ ਕੇਬਲ ਸ਼ੈਡਥ। ਇਹਦੇ ਨਾਲ ਕੀ ਆ, ਜ਼ਿਆਦਾ ਉਹ ਹੋਣ ਦੇ ਨਾਲ, ਹੀਟ ਪ੍ਰੋਡਿਊਸ ਹੋਣ ਦੇ ਨਾਲ ਜਿਹੜੀ ਆਪਣੀ ਬ੍ਰੇਕਡਾਊਨ ਵੀ ਹੋ ਸਕਦਾ, ਅਤੇ ਕੇਬਲ ਸ਼ੈਡਥ ਜਿਹੜੀ ਹੁੰਦੀ ਆ, ਜਿਹੜੇ ਲੈਡ ਸ਼ੈਡਥ ਜਾਂ ਐਲੂਮੀਨੀਅਮ ਸ਼ੈਡਥ ਹੁੰਦੀ ਹੈ, ਕੇਬਲ ਦੀ ਲੇਅਰ ਹੁੰਦੀ ਹੈ ਜਿਹੜੀ, ਉਹ ਵੀ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ। ਇਟ ਇਜ਼ therefore a great important to specify clearance between the cable lines and adjacent building underground construction until the system of all kinds। ਜਿਹੜਾ ਇਹ ਵੀ ਜ਼ਰੂਰੀ ਆ ਜਦੋਂ ਆਪਾਂ ਕੇਬਲ ਲਿੰਕ ਕਰਦੇ ਪਏ ਹਾਂ, ਜਿਹੜਾ ਆਪਾਂ ਪ੍ਰੀਵੀਅਸ ਟੋਪਿਕ 'ਚ ਡਿਸਕਸ ਕੀਤਾ ਸੀਗਾ ਪ੍ਰੀਵੀਅਸ ਲੈਕਚਰ ਦੇ ਵਿੱਚ, ਵੀ ਜਿਹੜਾ ਐਡਜਸਟੈਂਟ ਬਿਲਡਿੰਗ ਆ ਉਹਦਾ ਡਿਸਟੈਂਸ ਆਪਾਂ ਮੇਨਟੇਨ ਰੱਖਣਾ ਅੰਡਰਗਰਾਊਂਡ ਕੇਬਲ ਦੇ ਉੱਤੋਂ, ਜਾਂ ਕੋਈ ਨੀਅਰਲੀ ਜਿਹੜੀ ਵਾਟਰ ਲਾਈਨ ਜਾਂ ਗੈਸ ਪਾਈਪ ਲਾਈਨਸ ਜਾਂ ਆਪਣਾ ਰੇਲਵੇ ਇਲੈਕਟ੍ਰੀਫਿਕੇਸ਼ਨ ਆ, ਇਹਨਾਂ ਦੇ ਉੱਤੋਂ ਜਿਹੜੀ ਪ੍ਰੋਪਰ ਦੂਰੀ ਬਣਾ ਕੇ ਰੱਖਣੀ ਹੈ, ਜਿੰਨੀ ਆਪਾਂ ਨੂੰ ਗਿਵਨ ਆਪਾਂ ਡਿਸਕਸ ਕਰ ਚੁੱਕੇ ਹਾਂ ਲਾਸਟ ਲੈਕਚਰ ਦੇ ਵਿੱਚ। ਉਹ ਜਿਹੜੀ ਡਿਸਟੈਂਸ ਆ ਮੇਨਟੇਨ ਰੱਖਣਾ ਐਡਜਸਟੈਂਟ ਜਿਹੜੀ ਵੀ ਕੋਈ ਬਿਲਡਿੰਗ ਨਾਲ ਦੀ ਬਣੀ ਹੋਈ ਆ, ਜਦੋਂ ਆਪਾਂ ਟ੍ਰੈਂਚ ਪਾ ਰਹੇ ਹਾਂ ਜਾਂ ਕੇਬਲ ਪਾ ਰਹੇ ਹਾਂ, ਅਤੇ ਜਾਂ ਜਿਹੜਾ ਵਾਟਰ ਪਾਈਪਸ ਆ ਉਹ ਪੈਰਲਲ ਜਾਂ ਪਰਪੈਂਡੀਕੂਲਰਲੀ ਉਹ ਜਾ ਰਹੀ ਹੈ, ਜਾਂ ਕਮਿਊਨੀਕੇਸ਼ਨ ਲਾਈਨਸ ਆ, ਉਹ ਸਾਰੇ ਆਪਾਂ ਜਿਹੜਾ ਉਹ ਡਿਸਟੈਂਸ ਮੇਨਟੇਨ ਰੱਖਣਾ, ਤਾਂ ਕਿ ਜਿਹੜਾ ਇਫੈਕਟ ਨਾ ਹੋਵੇ, ਚਾਹੇ ਉਹ ਕਮਿਊਨੀਕੇਸ਼ਨ ਲਾਈਨ 'ਤੇ ਇਫੈਕਟ ਪਵੇ ਜਾਂ ਜਿਹੜਾ ਵਾਟਰ ਪਾਈਪ ਲਾਈਨ ਤੋਂ ਜਿਹੜਾ ਆਪਣੇ ਕੇਬਲ ਦੇ ਉੱਤੇ ਨਾ ਕੋਈ ਇਫੈਕਟ ਪਵੇ, ਜਾਂ ਸੀਵੇਜ ਪਾਈਪ ਦੇ ਇਫੈਕਟ ਨਾ ਪਵੇ। ਉਹ ਸਾਰਾ ਆਪਾਂ ਡਿਸਟੈਂਸ ਮੇਨਟੇਨ ਰੱਖਣਾ ਵਾ। ਟੈਕਨੀਕਲ ਪੁਆਇੰਟ ਆ ਇਹ, ਟੈਕਨੀਕਲ ਪੁਆਇੰਟਸ ਦੇ ਵਿੱਚ ਹੀ ਇਹ ਡਿਸਟੈਂਸ ਆ ਜਾਂਦਾ। ਨੈਕਸਟ ਆਪਣਾ ਲੇਇੰਗ ਕੇਬਲ ਇਨ ਟ੍ਰੈਂਚ। ਜਦੋਂ ਆਪਾਂ ਕੇਬਲ ਨੂੰ ਟ੍ਰੈਂਚ ਦੇ ਵਿੱਚ ਪਾਉਣਾ ਵਾ, ਉਸ ਦੌਰਾਨ ਜਿਹੜਾ ਕੀ ਰਿਕੁਆਇਰਮੈਂਟਸ ਅਤੇ ਕੀ ਆਪਾਂ ਜਿਹੜਾ ਡਿਸਟੈਂਸ ਮੇਨਟੇਨ ਰੱਖਣਾ ਵਾ ਕੇਬਲ ਟੂ ਕੇਬਲ ਜਾਂ ਜਿਹੜਾ ਵੀ ਆ। ਕੇਬਲ ਲੇਇੰਗ ਇਨ ਟ੍ਰੈਂਚ ਇਨਕਲੂਡਸ ਦਾ ਫੋਲੋਇੰਗ ਸਕੋਪ ਆਫ ਵਰਕ। ਜਦੋਂ ਆਪਾਂ ਕੇਬਲ ਨੂੰ ਲੇਇੰਗ ਕਰਨਾ ਵਾ, ਉਦੋਂ ਕਿਹੜੇ ਕੰਮ ਆਪਾਂ ਕਰਨੇ ਆ। ਪ੍ਰੀਪਰੇਟਰੀ ਵਰਕ, ਜਿਹੜਾ ਪ੍ਰੀਪਰੇਟਰੀ ਵਰਕ ਕਰਨਾ, ਜਿਹੜਾ ਪਹਿਲੋਂ ਆਪਾਂ ਵਰਕ ਕਰਨਾ ਵਾ, ਪਲੈਨਿੰਗ ਵਗੈਰਾ। ਉਸ ਤੋਂ ਬਾਅਦ ਡਿਗਿੰਗ ਆਊਟ ਟ੍ਰੈਂਚ, ਜਿਹੜਾ ਟ੍ਰੈਂਚ ਨੂੰ ਟ੍ਰੈਂਚ ਵੱਟਣਾ। ਡਿਲੀਵਰਿੰਗ ਆਫ ਅ ਕੇਬਲ ਡਰਮ ਟੂ ਦਾ ਇੰਸਟਾਲੇਸ਼ਨ ਸਾਈਟ, ਜਿਹੜਾ ਇੰਸਟਾਲੇਸ਼ਨ ਸਾਈਟ ਦੇ ਉੱਤੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਸਾਰੇ ਸਟੈਪ। ਅਨਰੇਲਿੰਗ ਦਾ ਕੇਬਲ, ਜਿਹੜਾ ਕੇਬਲ ਨੂੰ ਰਿਮੂਵ ਕਰਨਾ ਵਾ ਡਰਮ ਦੇ ਉੱਤੋਂ, ਐਂਡ ਪਲੇਸਿੰਗ ਇਟ ਇਨ ਟ੍ਰੈਂਚ, ਅਤੇ ਆਪਾਂ ਟ੍ਰੈਂਚ ਦੇ ਵਿੱਚ ਉਹਨੂੰ ਪਾ ਦੇਣਾ, ਅਤੇ ਬੈਕ ਫਿਲਿੰਗ ਆਫ ਦਾ ਟ੍ਰੈਂਚ, ਅਤੇ ਮਿੱਟੀ ਵਾਪਸ ਆਪਾਂ ਭਰ ਦੇਣੀ ਆ, ਜਿਹੜੀ ਬੈਕ ਫਿਲਿੰਗ ਕਰ ਦੇਣੀ ਆ। ਪ੍ਰੀਪਰੇਟਰੀ ਵਰਕ include the delivery of required amount of bricks, sand, steel and cement pipes of at least 100 mm diameters। ਜੇ ਆਪਾਂ ਨੂੰ ਜਿਹੜਾ ਪ੍ਰੀਪਰੇਟਰੀ ਵਰਕ ਦੇ ਵਿੱਚ ਸਾਰਾ ਆ ਜਾਂਦਾ ਵਾ, ਚਾਹੇ ਆਪਾਂ ਨੂੰ ਜਿੰਨੀਆਂ ਵੀ ਬ੍ਰਿਕਸ ਚਾਹੀਦੀਆਂ ਵਾ, ਚਾਹੇ ਉਹ ਆਪਾਂ ਕੇਬਲ ਤੋਂ ਕੇਬਲ ਡਿਸਟੈਂਸ ਮੇਨਟੇਨ ਰੱਖਣ ਵਾਸਤੇ ਪਾਉਣਾ, ਜਾਂ ਕੇਬਲ ਜਿਹੜੇ ਬ੍ਰਿਕਸ ਦੀ ਲੇਅਰ ਆਪਾਂ ਕੇਬਲ ਦੇ ਉੱਪਰ ਪਾਉਣੀ ਆ, ਤਾਂ ਕਿ ਕੋਈ ਵੀ ਡਗਿੰਗ, ਕੋਈ ਵੀ ਵਰਕਰ ਡਗਿੰਗ ਕਰਦਾ ਜਾਂ ਕੋਈ ਵੀ ਡਗਿੰਗ ਕਰਦਾ ਵਾ, ਉਹਦੇ ਨਾਲ ਜਿਹੜਾ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਸ ਤੋਂ ਥੱਲੇ ਜਿਹੜੀ ਕੇਬਲ ਪਈ ਹੋਈ ਆ, ਤਾਂ ਉਹ ਧਿਆਨ ਨਾਲ ਡਗਿੰਗ ਕਰੇ ਜਦੋਂ ਆਪਣੀ ਬ੍ਰਿਕਸ ਆ ਜਾਣ। ਉਸ ਤੋਂ ਇਲਾਵਾ ਸੈਂਡ, ਜਿਹੜਾ ਆਪਾਂ ਨੂੰ ਰੇਤਾ ਚਾਹੀਦਾ ਵਾ ਬੈੱਡ ਬਣਾਉਣ ਵਾਸਤੇ, ਤਾਂ ਕਿ ਜਿਹੜੀ ਆਪਣੀ ਕੇਬਲ ਨਾ ਖਰਾਬ ਹੋਵੇ, ਉਹਦੀ ਆਰਮਰਿੰਗ ਵਗੈਰਾ ਜਿਹੜੀ ਉਹ ਲੇਅਰ ਕੋਈ ਖਰਾਬ ਨਾ ਹੋਵੇ। ਉਸ ਤੋਂ ਬਾਅਦ ਸਟੀਲ ਅਤੇ ਸੀਮੈਂਟ ਪਾਈਪਸ। ਸਟੀਲ ਮਤਲਬ ਜੇ ਕੋਈ ਸਰੀਆ ਵਗੈਰਾ ਆਪਾਂ ਪਾਉਣਾ ਵਾ, ਕੋਈ ਕੰਕਰੀਟ ਦੀ ਆਪਾਂ ਜਿਹੜੀ ਬਣਾਉਣਾ, ਉਹ ਸਾਰਾ ਆਪਾਂ ਜਿਹੜਾ ਪਹਿਲੋਂ ਹੀ ਜਿਹੜਾ ਪ੍ਰੀਪਰੇਟਰੀ ਵਰਕ ਦੇ ਵਿੱਚ ਲੈ ਕੇ ਆਉਣਾ ਵਾ। ਜਿਹੜੀ ਪਾਈਪ ਆਪਾਂ ਪਾਉਣੀ ਉਹ ਐਟਲੀਸਟ 100 mm ਡਾਇਆਮੀਟਰ ਦੀ ਹੋਣੀ ਚਾਹੀਦੀ ਆ। Excavation work may be started only after checking
ਅਗੇਂਸਟ ਦਾ ਪਲਾਨ, ਜਿਹੜਾ ਇਹ ਵਰਕ ਸ਼ੁਰੂ ਕਰਨਾ ਵਾ ਸਾਰਾ ਚੈੱਕ ਪਲਾਨ ਨੂੰ ਚੈੱਕ ਕਰਕੇ ਸ਼ੁਰੂ ਕਰਨਾ। ਇਟ ਸ਼ੈਲ ਬੀ ਥਰੂਲੀ ਐਗਜ਼ਾਮਿਨ ਫॉर ਅ ਲੋਕੇਸ਼ਨ ਆਫ ਅੰਡਰਗਰਾਊਂਡ ਕੰਸਟਰਕਸ਼ਨ ਐਂਡ ਕੇਅਰ ਸ਼ੁੱਡ ਬੀ ਟੇਕਨ ਟੂ ਅਵੋਇਡ ਦਾ ਡੈਮੇਜ ਕੇਬਲ। ਜਿਹੜਾ ਇਹ ਸਾਰਾ ਕੰਮ ਆਪਾਂ ਅੰਡਰਗਰਾਊਂਡ ਕੇਬਲ ਦੀ ਕੰਸਟਰਕਸ਼ਨ ਦਾ ਸ਼ੁਰੂ ਕਰਨਾ ਵਾ, ਇਹ ਖਿਆਲ ਰੱਖਣਾ ਵੀ ਜਿਹੜੀ ਆਪਣੀ ਕੇਬਲ ਡੈਮੇਜ ਨਾ ਹੋਵੇ ਜਦੋਂ ਕੋਈ ਵੀ ਆਪਾਂ ਕੰਮ ਕਰਨਾ ਦਾ। ਟੂ ਦਾ ਪਾਈਪਸ ਐਂਡ ਵੇਰੀਅਸ ਸਟਰਕਚਰਸ ਦੈਟ ਮੇ ਬੀ ਬਰੀਡ ਨੀਅਰ ਬਾਏ। ਕੋਈ ਵੀ ਚਾਹੇ ਪਾਈਪਸ 'ਚ ਪਾਉਣਾ ਜਾਂ ਜਿਹੜੇ ਵੀ ਸਿਸਟਮ ਦੇ ਵਿੱਚ ਆਪਾਂ ਪਾਉਣਾ ਵਾ ਉਸ ਦੌਰਾਨ ਜਿਹੜਾ ਇਹ ਖਿਆਲ ਰੱਖਣਾ ਵਾ ਆਪਾਂ। Long trenches are dug out by means of special rotary type trench digger or excavators, whereas short trenches are dug out manually by crowbar and a spade। ਕਹਿੰਦੇ ਜਦੋਂ ਲੌਂਗ ਟਰੈਂਚ ਪੱਟਣੀਆਂ ਵਾ ਉਦੋਂ ਰੋਟਰੀ ਟਾਈਪ ਸਪੈਸ਼ਲ ਮਸ਼ੀਨ ਹੁੰਦੀ ਆ ਰੋਟਰੀ ਟਾਈਪ ਟਰੈਂਚ ਡਗਿੰਗ ਕਰਨ ਵਾਸਤੇ, ਉਹਦਾ ਯੂਜ਼ ਕਰਦੇ ਹਾਂ ਆਪਾਂ। ਅਤੇ ਜੇ ਕੋਈ ਸ਼ਾਰਟ ਟਰੈਂਚ ਪੱਟਣੀ ਆਪਾਂ ਉਹਦੇ ਵਾਸਤੇ ਆਪਾਂ ਮੈਨੂਅਲੀ ਆਪਾਂ ਲੇਬਰ ਲਾ ਕੇ ਵਿਦ ਦਾ ਹੈਲਪ ਆਫ ਕਰੋਵਾਰਸ ਐਂਡ ਸਪੈਡ, ਜਿਹੜੀ ਆਪਾਂ ਬੇਲਚੇ ਕਹੀ ਦੇ ਨਾਲ ਈਜ਼ੀਲੀ ਜਿਹੜਾ ਉਹ ਟਰੈਂਚ ਨੂੰ ਡਗ ਕਰ ਸਕਦੇ ਹਾਂ। ਨੈਕਸਟ ਅੱਗੇ ਟਰੈਂਚ ਸ਼ੈਲ ਵੀ ਐਟ ਲੀਸਟ 700 mm depth and wide enough to ensure the spacing at least 100 mm between adjacent parallel cable for up to 100 kV service and at least 50 mm between the trench wall and the extreme cables। ਕਹਿੰਦੇ ਜਦੋਂ ਆਪਾਂ ਟਰੈਂਚ ਪੱਟਣੀਆਂ ਉਹਦੀ ਜਿਹੜੀ ਡੈਪਥ ਆ ਉਹ ਮਿਨੀਮਮ ਆਪਾਂ 700 mm ਰੱਖਣੀ ਆ। ਉਸ ਤੋਂ ਇਲਾਵਾ ਜਿਹੜਾ 100 mm ਜਿਹੜਾ ਆ ਕੇਬਲ ਟੂ ਕੇਬਲ ਜਿਹੜਾ ਉਹ ਵੈਡਥ ਰੱਖਣੀ ਆ, ਡਿਸਟੈਂਸ ਰੱਖਣਾ ਵਾ। ਜੇ ਕੋਈ ਪੈਰਲਲ ਕੇਬਲ ਜਾ ਰਹੀ ਆ ਉਹਦੇ 'ਚ ਜਿਹੜੀ ਸਪੇਸਿੰਗ ਰੱਖਣੀ ਆ ਉਹ 100 mm ਰੱਖਣੀ ਆ। ਅਤੇ ਜੇ ਉਹ ਕਦੋਂ ਰੱਖਣੀ ਆ ਜਦੋਂ ਆਪਣੀ ਜਿਹੜੀ 100 KV ਤੱਕ ਜਿਹੜੀ ਉਹ ਇਹ ਮੇਨਟੇਨ ਰੱਖਣੀ ਹੈ। ਜੇ ਉਸ ਤੋਂ ਉੱਪਰ KV ਆ ਤਾਂ ਉਹਨੂੰ ਜ਼ਿਆਦਾ ਉਹਦੇ ਅਕੋਰਡਿੰਗਲੀ ਯੂਜ਼ ਕਰਨਾ। ਐਟਲੀਸਟ 50 mm ਜਿਹੜਾ ਉਹ ਵਾਲ ਟੂ ਕੇਬਲ ਦਾ ਡਿਸਟੈਂਸ ਜਿਹੜਾ ਮੇਨਟੇਨ ਰੱਖਣਾ ਵਾ। ਮਤਲਬ ਜਦੋਂ ਆਪਾਂ ਕੇਬਲ ਨੂੰ ਪਾਉਣਾ ਵਾ ਕੇਬਲ ਦੇ ਸੈਂਟਰ ਤੋਂ ਲੈ ਕੇ ਜਿਹੜਾ ਉਹ 50 mm ਜਿਹੜਾ ਡਿਸਟੈਂਸ ਮੇਨਟੇਨ ਰੱਖਣਾ ਵਾ ਵਾਲ ਦੇ ਵਿੱਚ ਜਿਹੜੀ ਆਪਾਂ ਟਰੈਂਚ ਪੱਟ ਰਹੇ ਹਾਂ। ਇੱਦਾਂ ਹੀ ਇਹ ਫਿਗਰ ਦੇ ਵਿੱਚ ਦਿੱਤਾ ਹੋਇਆ ਜਦੋਂ ਆਪਾਂ 1 ਕੇਬਲ ਲੇਇੰਗ ਆਊਟ ਕਰ ਰਹੇ ਹਾਂ। ਇਸ ਡਾਇਗਰਾਮ ਦੇ ਵਿੱਚ ਸ਼ੋਅ ਕੀਤਾ ਹੋਇਆ 700 mm ਜਿਹੜੀ ਉਹ ਡੈਪਥ ਰੱਖ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਜਿਹੜੀ 100 mm ਉਸ ਤੋਂ ਥੱਲੇ ਪੱਟਣੀ ਆ ਜਿੱਥੇ ਵੀ ਆਪਾਂ ਕੇਬਲ ਲੇਇੰਗ ਆਊਟ ਕਰਨੀ ਹੈ। ਯਾਨੀ ਕਿ 100 mm ਦਾ ਬੈੱਡ ਬਣਾ ਕੇ ਉਹਦੇ ਉੱਤੇ ਕੇਬਲ ਪਾਉਣੀ ਹੈ। ਉਹਦੇ ਉੱਤੇ ਫਿਰ ਆਪਾਂ ਸੈਂਡ ਪਾ ਕੇ ਉਹਦੇ ਉੱਤੇ ਜਿਹੜੀ 250 mm ਦੀ ਜਿਹੜੀ ਉਹ ਬ੍ਰਿਕਸ ਰੱਖਣੀ ਹੈ। ਯਾਨੀ ਕਿ ਜਿਹੜੀ 250 mm ਦੀ ਇੱਕ ਬ੍ਰਿਕਸ ਹੁੰਦੀ ਹੈ ਉਹ ਰੱਖਣੀ ਹੈ। ਅਤੇ ਉਸ ਤੋਂ ਬਾਅਦ ਫਿਰ ਬੈਕ ਫਿਲਿੰਗ ਕਰਨੀ ਹੈ ਜਿਵੇਂ ਇਹਦੇ 'ਤੇ ਮੈਨਸ਼ਨ ਕੀਤਾ ਹੋਇਆ। ਜਿਹੜੀ ਪਹਿਲੋਂ 100 mm ਥੱਲੇ ਰੱਖਣਾ ਮੇਨਟੇਨ, ਉਸ ਤੋਂ ਬਾਅਦ ਕੇਬਲ ਆ ਗਈ 50 mm ਦੀ ਮੰਨ ਲਓ, ਉਸ ਤੋਂ ਬਾਅਦ ਫਿਰ 100 mm ਦੀ ਲੇਅਰ ਪਾਉਣੀ ਆ, ਫਿਰ ਉਸ ਤੋਂ ਬਾਅਦ ਆਪਣੀ 65 mm ਦੀ ਜਿਹੜੀ ਉਹ ਬ੍ਰਿਕਸ ਆ ਗਈ। ਉਸ ਤੋਂ ਬਾਅਦ ਫਿਰ ਆਪਾਂ ਬੈਕ ਫਿਲਿੰਗ ਕਰ ਦੇਣੀ ਆ ਜਿਹੜੀ ਆਪਾਂ ਸੋਇਲ ਨੂੰ ਡਗਿੰਗ ਕੀਤਾ ਪੱਟਿਆ ਸੀਗਾ ਟਰੈਂਚ ਦੇ ਵਿੱਚੋਂ। ਇੱਦਾਂ ਹੀ ਜਦੋਂ ਆਪਾਂ 2 ਕੇਬਲ ਲੇਇੰਗ ਆਊਟ ਕਰਨੀਆਂ ਵਾ ਜਿਹੜੀ ਡੈਪਥ ਆਪਾਂ ਸੇਮ ਰੱਖਣੀ ਆ 700 ਪਲੱਸ 100 ਜਿਹੜੀ ਉਹ ਲੇਅਰ ਬਣਾਉਣੀ ਹੈ। ਅਤੇ ਉਸ ਤੋਂ ਬਾਅਦ ਜਿਹੜਾ 50-50 ਜਿਹੜੇ ਦੋਨੋਂ ਪਾਸੇ ਰੱਖ ਕੇ ਅਤੇ ਵਿਚਾਲੇ ਜਿਹੜਾ ਉਹ
100 mm ਰੱਖ ਕੇ ਸਪੇਸ ਪੈਰਲਲੀ ਜਿਹੜੀਆਂ 2 ਕੇਬਲਸ ਪਾਉਣੀਆਂ, ਉਹਨਾਂ ਦੇ ਵਿਚਾਲੇ ਸਪੇਸ ਜਿਹੜੀ 100 mm ਰੱਖ ਕੇ ਕੇਬਲਸ ਨੂੰ ਪੈਰਲਲੀ ਲੇਇੰਗ ਆਊਟ ਕਰ ਦੇਣਾ। ਅਤੇ ਉਹਦੇ ਉੱਪਰ ਜਿਹੜੀ ਬੈਕ ਫਿਲਿੰਗ ਕਰਨੀ ਆ ਉਹ 100 mm ਹੋਰ ਸੈਂਡ ਪਾ ਕੇ, ਅਤੇ ਉਸ ਤੋਂ ਉੱਪਰ ਬ੍ਰਿਕਸ ਰੱਖਣੀ ਹੈ ਜਿਹੜੀ 65 mm ਦੀਆਂ, ਉਹ ਜਿਹੜੀ ਰੱਖਣੀ ਆ ਆਪਾਂ ਇੱਕ ਪੂਰੀ ਬ੍ਰਿਕਸ ਰੱਖ ਦੇਣੀ ਆ। ਉਸ ਤੋਂ ਬਾਅਦ ਇੱਕ ਅੱਧੀ ਬ੍ਰਿਕਸ ਪਾ ਦੇਣੀ ਆ, ਜਾਣੀ ਕਿ 1.5 ਇੱਟ ਉੱਤੇ ਵਿਛਾਉਣੀ ਆ ਸਾਰੀ ਲੇਅਰ ਦੇ ਉੱਤੇ ਪੈਰਲਲੀ, ਤਾਂ ਕਿ ਕੋਈ ਵੀ ਪਰਸਨ ਜੇ ਡਗਿੰਗ ਕਰਦਾ ਮੈਨੂਅਲੀ ਤਾਂ ਉਹ ਜਿਹੜੀ ਕਿ ਉਹਨੂੰ ਪਤਾ ਲੱਗ ਜਾਏ ਵੀ ਥੱਲੇ ਕੇਬਲ ਆ ਇਸ ਤੋਂ, ਇਸ ਲੇਅਰ ਤੋਂ ਥੱਲੇ। ਇੱਦਾਂ ਹੀ ਆਪਾਂ ਜਿਹੜਾ ਉਹ ਜਦੋਂ ਆਪਾਂ 3 ਕੇਬਲ ਲੇਇੰਗ ਆਊਟ ਕਰਨੀਆਂ ਵਾ, ਸੇਮ ਇੱਦਾਂ ਹੀ ਆ ਬਾਕੀ ਸਾਰਾ। ਅਤੇ ਉਹਦੇ 'ਚ ਜਿਹੜੀ 100 mm ਦੀ ਕੇਬਲ ਟੂ ਕੇਬਲ ਡਿਸਟੈਂਸ ਰੱਖ ਲੈਣਾ ਵਾ, ਅਤੇ ਉਹ ਜਿਹੜੀ 2 ਬ੍ਰਿਕਸ ਆ ਜਾਣਗੀਆਂ ਉੱਪਰ। ਬਾਕੀ ਸਾਰਾ ਜਿਹੜਾ ਉਹਦੇ ਅਕੋਰਡਿੰਗਲੀ ਜਿਹੜੀ ਓਵਰਆਲ ਜਿਹੜੀ ਚੌੜਾਈ ਆ ਬੈਡਥ ਆ ਟਰੈਂਚ ਦੀ, ਉਹ ਵੱਧ ਜੂਗੀ। ਇੱਦਾਂ ਹੀ ਜਦੋਂ ਆਪਾਂ 4 ਕੇਬਲ ਪਾਉਣੀ ਆ ਮੈਂ ਉਹਦੇ 'ਚ ਵੀ ਸੇਮ ਰੱਖਣਾ ਵਾ, ਅਤੇ ਜਿਹੜੀ ਓਵਰਆਲ ਜਿਹੜੀ ਬੈਡਥ ਆ ਕੇਬਲ ਟਰੈਂਚ ਦੀ, ਉਹ ਵੱਧ ਜੂਗੀ। Where the cable route is curved, the trench is to be made so as to make it possible to laying cable therein with the desired bend radius। ਜਦੋਂ ਕਿਤੇ ਵੀ ਕੇਬਲ ਟਰੈਂਚ ਦੇ ਵਿੱਚ ਕੋਈ ਕਰਵ ਆ ਜਾਂਦੀ ਹੈ ਰੂਟ ਦੇ ਵਿੱਚ, ਤਾਂ ਉਦੋਂ ਜਿਹੜੀ ਡਿਜ਼ਾਇਰੇਬਲ ਰੇਡੀਅਸ 'ਤੇ ਬੈਂਡ ਆਪਾਂ ਕਰਨਾ ਵਾ, ਜਿੰਨੀ ਵੀ ਆਪਾਂ ਨੂੰ ਜਿਹੜੀ ਆਪਣੀ ਕੇਬਲ ਨਾ ਖਰਾਬ ਹੋਏ ਉਸ 'ਤੇ ਹੀ ਮੋੜਨਾ ਆਪਾਂ, ਕੇਬਲ ਨੂੰ ਜ਼ਿਆਦਾ ਬੈਂਡ ਨਹੀਂ ਕਰਨਾ। ਰੇਡੀਅਸ ਬੈਂਡਿੰਗ ਜਿਹੜਾ ਰੇਡੀਅਸ ਆਪਾਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ, ਓਨੇ ਹੀ ਕਰਵ ਦੇ ਉੱਤੇ ਆਪਾਂ ਨੂੰ ਬੈਂਡ ਕਰਨਾ ਵਾ, ਜ਼ਿਆਦਾ ਬੈਂਡ ਨਹੀਂ ਕਰਨਾ। Where cable jointing sleeves are expected to be located, the trench shall be expanded to form pit. The pit of single joint sleeves shall be 1.5 meter width and 2.5 meter long। ਜਦੋਂ ਕਿਤੇ ਵੀ ਸਲੀਵ ਜੁਆਇੰਟ ਦਿੱਤਾ ਜਾਂਦਾ ਕੇਬਲ ਦੇ ਵਿੱਚ, ਉਸ ਦੌਰਾਨ ਜਿਹੜਾ ਇੱਕ ਟੋਆ ਲੱਗ ਤੋਂ ਪੱਟਣਾ, ਜਿਹਦੀ ਡਿਮੈਂਸ਼ਨ ਕੀ ਹੋਣੀ ਚਾਹੀਦੀ ਹੈ 1.5 ਮੀਟਰ ਵਾਈਡ ਹੋਣਾ ਚਾਹੀਦਾ, ਅਤੇ 2.5 ਮੀਟਰ ਜਿਹੜਾ ਉਹ ਲੌਂਗ ਹੋਣਾ ਚਾਹੀਦਾ ਵਾ। ਇਸ ਗੱਲ ਦਾ ਆਪਾਂ ਖਿਆਲ ਰੱਖਣਾ, ਤਾਂ ਕਿ ਜਿਹੜਾ ਉਹ ਪ੍ਰੋਪਰਲੀ ਜਿਹੜਾ ਪਰਸਨ ਵਰਕਰ ਆ ਉਹ ਬੈਠ ਕੇ ਉਹਦੀ ਪ੍ਰੋਪਰ ਜੁਆਇੰਟਿੰਗ ਕਰ ਸਕੇ। ਕੇਬਲ ਡਿਲੀਵਰੀ ਔਨ ਦ ਸਾਈਡ ਆਰ ਰੀਲਡ ਆਫ ਦ ਡਰਮ by means of a cable laying vehicle। ਜਿਹੜਾ ਜਦੋਂ ਆਪਾਂ ਕੇਬਲ ਨੂੰ ਡਰਮ ਦੇ ਉੱਤੇ ਜਾਂ ਰੀਲ ਆਫ ਡਰਮ ਕੀ ਕਰਨਾ ਵਾ, ਜਿਹੜਾ ਡਰਮ ਲਾਉਣਾ ਵਾ, ਉਸ ਦੌਰਾਨ ਜਿਹੜਾ ਉਹ ਸਪੈਸ਼ਲ ਵਹੀਕਲ ਦੇ ਉੱਤੇ ਬਾਏ ਵੈਂਚ ਓਵਰ ਦਾ ਪੁਲੀ ਵਿਦ ਦਾ ਹੈਲਪ ਆਫ ਪੁਲੀ ਦੇ ਨਾਲ ਉਹ ਆਪਾਂ ਉਤਾਰਨਾ ਵਾ, ਮੈਨੂਅਲੀ ਓਵਰ ਪੁਲੀ ਔਰ ਵਿਦ ਆਊਟ ਪੁਲੀ। ਚਾਹੇ ਉਹ ਮੈਨੂਅਲੀ ਆਊਟ ਪੁਲੀ ਹੋਵੇ ਜਾਂ ਦੂਜੀ ਪੁਲੀ ਹੋਵੇ, ਉਹਦੇ ਅਕੋਰਡਿੰਗਲੀ ਆਪਾਂ ਈਜ਼ੀਲੀ ਜਿਹੜਾ ਉਹ, ਤਾਂ ਕਿ ਜਿਹੜੀ ਆਪਣੀ ਕੇਬਲ ਜਿਹੜੀ ਉਹ ਖਰਾਬ ਨਾ ਹੋਵੇ, ਈਜ਼ੀਲੀ ਉਹਨੂੰ ਉਤਾਰਨਾ ਵਾ ਜਿੱਥੇ ਵੀ, ਚਾਹੇ ਆਪਾਂ ਸਾਈਡ 'ਤੇ ਲੈ ਕੇ ਜਾਣਾ ਜਾਂ ਕਿਤੇ ਵੀ ਜਿਹੜਾ ਉਹ ਡਰਮ ਨੂੰ ਜਿਹੜੀ ਸਟੋਰ ਕੀਤਾ ਉੱਥੋਂ ਆਪਾਂ ਸਾਈਡ 'ਤੇ ਲੈ ਕੇ ਜਾਣਾ ਵਾ। ਇਹ ਹੋ ਗਿਆ ਆਪਣਾ ਲੇਇੰਗ ਆਫ ਕੇਬਲ। ਨੈਕਸਟ ਟਾਈਮ ਆਪਾਂ ਅਨਦਰ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।